16ਵੀਂ ਜਿਹੜੀ ਅਸ਼ਟਪਦੀ ਹੈ ਉਸ ਦੀ ਆਰੰਭਤਾ ਹੈ। ਸ਼ਲੋਕ ਰੂਪ ਨ ਰੀਕ ਨ ਰੰਗ ਕਿਛ, ਤ੍ਰਿ ਗੁਣ ਤੀ ਪ੍ਰਭ ਭਿੰਨ, ਤਿਸੈ 부ਜਾਈ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਤੇ ਇਸ ਅਸ਼ਟਪਦੀ ਦੇ ਵਿੱਚ ਉਸ ਮਾਲਕ ਪਰਮਾਤਮਾ ਦੇ ਬਾਰੇ ਦੱਸਿਆ ਗਿਆ ਵੀ ਨਾ ਤੇ ਉਹਦਾ ਕੋਈ ਰੂਪ ਹੈ, ਨਾ ਕੋਈ ਉਹਦਾ ਚਿੰਨ੍ਹ ਹੈ, ਤੇ ਨਾ ਹੀ ਉਹਦਾ ਕੋਈ ਰੰਗ ਹੈ। ਉਹ ਤਿੰਨ ਗੁਣ ਜਿਹੜੀ ਮਾਇਆ ਹੈ ਇਹਦੇ ਵੀ ਪ੍ਰਭਾਵ ਤੋਂ ਉੱਪਰ ਹੈ, ਇਹਦੇ ਪ੍ਰਭਾਵ ਦੇ ਵਿੱਚ ਵੀ ਨਹੀਂ ਹੁੰਦਾ। ਇਹ ਜਿੰਨਾ ਸੰਸਾਰ ਹੈ ਇਹ ਤ੍ਰੈ ਗੁਣ ਰਜੋ ਸਤੋ ਤਮੋ ਜਿਹੜੇ ਇਹਨਾਂ ਗੁਣਾਂ ਦੇ ਵਿੱਚ ਹੀ ਜਿਉ ਰਹੇ ਹੈ। ਕੋਈ ਨਾ ਕੋਈ ਚੀਜ਼ ਇਹਨਾਂ ਨੂੰ ਮੋਹ ਦੇ ਵਿੱਚ ਜਕੜ ਕੇ ਬੈਠੀ ਹੋਈ ਹੈ। ਪਰ ਉਹ ਮਾਲਕ ਪਰਮਾਤਮਾ ਇੱਕ ਗੱਲ ਦਾ ਧਿਆਨ ਰੱਖਿਆ ਜੀ, ਇੱਥੇ ਇਹ ਗੱਲ ਚੱਲਦੀ ਹੈ ਤੇ ਆਪਾਂ ਸੋਹਿਲਾ ਸਾਹਿਬ ਦੀ ਇੱਕ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਫਿਰ ਸਤਿਗੁਰਾਂ ਨੇ ਸਰਗੁਣ ਤੇ ਨਿਰਗੁਣ ਦੀ ਵੀ ਗੱਲ ਕੀਤੀ ਹੈ ਨਾ, ਵੀ ਗਗਨ ਮੈਂ ਥਾਲ ਰਵ ਚਾਂਦੀ ਪਗਬਨੇ ਤਾਰਿਕਾ ਮੰਡਲ ਜਨਕ ਮੋਤੀ। ਤੇ ਇੱਕ ਪਾਸੇ ਫਿਰ ਮਾਲਕ ਇਹ ਵੀ ਆਖਦੇ ਪਏ ਨੇ ਸਤਿਗੁਰੂ ਵੀ ਸਾਰਿਆਂ ਦੇ ਅੰਦਰ ਹੈ। ਜੇ ਸਰਗੁਣ ਰੂਪ ਦੇ ਵਿੱਚ ਵੇਖੀਏ ਤੇ ਸਾਰਿਆਂ ਦੇ ਵਿੱਚ ਉਹ ਮਾਲਕ ਹੈ, ਤੇ ਨਿਰਗੁਣ ਰੂਪ ਦੇ ਵਿੱਚ ਵੇਖੀਏ ਤੇ ਉਹ ਸਾਡੇ ਅੰਦਰ ਹੈ। ਉਹਦੀਆਂ ਹਜ਼ਾਰਾਂ ਅੱਖਾਂ ਵੀ ਨੇ, ਸਹਿਸਤਵ ਨੈਣ ਨਾ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨੰਨਾ ਇੱਕ ਤੋਹੀ। ਸਰਗੁਣ ਰੂਪ ਦੇ ਵਿੱਚ ਉਹਦੀਆਂ ਹਜ਼ਾਰਾਂ ਅੱਖਾਂ ਨੇ ਤੇ ਹਜ਼ਾਰਾਂ ਉਹਦੇ ਕੰਨ ਨੇ, ਪਰ ਦੂਜੇ ਪਾਸੇ ਵੀ ਆਖਦੇ ਪਏ ਨਾ ਉਹਦੀ ਕੋਈ ਅੱਖ ਹੈ, ਨਾ ਕੋਈ ਕੰਨ ਹੈ, ਨਾ ਕੋਈ ਉਹਦਾ ਸਰੀਰ ਹੈ, ਨਾ ਕੋਈ ਚਿਹਰਾ ਹੈ। ਭਾਵ ਸੰਸਾਰ ਦੇ ਰੂਪ ਦੇ ਵਿੱਚ ਵੇਖਾਂਗੇ ਤੇ ਉਹ ਮਾਲਕ ਸਰਗੁਣ ਹੈ ਤੇ ਨਿਰੰਕਾਰ ਦੇ ਵਿੱਚ ਉਹ ਮਾਲਕ ਨਿਰਗੁਣ ਹੈ। ਭਾਵ ਜੋ ਦਿਸ ਰਿਹਾ ਅਣਦਿਸਦਾ ਪਿਆ ਸਭ ਦੇ ਅੰਦਰ ਉਹ ਮਾਲਕ ਪਰਮਾਤਮਾ ਹੈ। ਤੇ ਇੱਥੇ ਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ, ਰੂਪ ਨਾ ਰੇਖ ਨਾ ਰੰਗ ਕਿਛ, ਉਹਦਾ ਨਾ ਤੇ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਤੇ ਨਾ ਹੀ ਕੋਈ ਰੇਖ ਹੈ, ਚਿੰਨ੍ਹ ਹੈ। ਤ੍ਰੈ ਗੁਣ ਤੇ ਪ੍ਰਭ ਭਿੰਨ, ਤੇ ਤਿੰਨ ਗੁਣਾਂ ਤੋਂ ਉਹ ਭਿੰਨ ਹੈ। ਤਿਸੈ 부ਜਾਈ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਜਿਹਦੇ ਉੱਤੇ ਉਹ ਮਾਲਕ ਪਰਮਾਤਮਾ ਤਰੁੱਠ ਜਾਵੇ, ਜਿਹਦੇ ਉੱਤੇ ਉਹ ਖੁਸ਼ ਹੁੰਦਾ ਹੈ, ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ। ਅਸ਼ਟਪਦੀ ਅਬਨਾਸ਼ੀ ਪ੍ਰਭ ਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ। ਇਸ ਸੰਸਾਰ ਦੇ ਮਨੁੱਖਾਂ ਦੀਆਂ ਪ੍ਰੀਤਾਂ ਨੂੰ ਤੂੰ ਛੱਡ ਦੇ ਤੇ ਪ੍ਰੀਤ ਪਾ ਕਿਹਦੇ ਨਾਲ? ਅਬਨਾਸ਼ੀ ਪ੍ਰਭ ਮਨ ਮੈਂ ਰਾਖ। ਜਿਹੜਾ ਮਾਲਕ ਪਰਮਾਤਮਾ ਅਬਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ, ਸਦਾ ਅਟਲ ਰਹਿਣ ਵਾਲਾ ਹੈ, ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ, ਤੇ ਪ੍ਰੀਤ ਪਾਉਣੀ ਹੈ ਉਹਦੇ ਨਾਲ ਤੂੰ ਪ੍ਰੀਤ ਪਾ। ਉਹ ਇਹੋ ਜਿਹੀ ਪ੍ਰੀਤ ਜਿਹੜੀ ਹਮੇਸ਼ਾ ਹੀ ਸਾਥ ਨਿਭਣ ਵਾਲੀ ਹੈ। ਦੁਨੀਆ ਦੀਆਂ ਪ੍ਰੀਤਾਂ ਝੂਠੀਆਂ ਹੋ ਸਕਦੀਆਂ ਨੇ, ਪਰ ਰੱਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਇ ਪਾਰਥੀ ਹੈ। ਜਿਨ੍ਹਾਂ ਨੇ ਸੱਚ ਦੇ ਨਾਲ ਪਿਆਰ ਪਾ ਲਿਆ ਤੇ ਉਹ ਫਿਰ ਇਸ ਸੰਸਾਰ ਦੀਆਂ ਪ੍ਰੀਤਾਂ ਦੇ ਵਿੱਚ ਨਹੀਂ ਫਸਦੇ। ਫਿਰ ਇਸ ਸੰਸਾਰ ਦੇ ਵੱਡੇ ਤੋਂ ਵੱਡਾ ਪਦਾਰਥ ਆ ਜਾਵੇ, ਕਿੰਨੇ ਲਾਲਚ ਦਿੱਤੇ ਗਏ। ਇਤਿਹਾਸ ਨੂੰ ਪੜ੍ਹਦੇ ਹੋ, ਸਭਨਾਂ ਨੇ ਪੜ੍ਹਿਆ ਵੀ ਹੋਇਆ ਹੈ। ਅਨੇਕਾਂ ਘਟਨਾਵਾਂ ਨੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬੜਾ ਲਾਲਚ ਦਿੱਤਾ ਗਿਆ। ਮਤੀ ਦਾਸ ਜੀ ਨੂੰ ਆਖਿਆ ਗਿਆ ਵੀ ਜੋ ਤੈਨੂੰ ਧਨ ਚਾਹੀਦਾ ਤੈਨੂੰ ਧਨ ਦਿੰਦੇ ਆ, ਹਰੇਕ ਪ੍ਰਕਾਰ ਦੀ ਸੁੱਖ ਸਹੂਲਤ ਦੇਵਾਂਗੇ, ਰਾਜਿਆਂ ਦੀ ਤਰ੍ਹਾਂ ਤੁਹਾਨੂੰ ਰੱਖਾਂਗੇ। ਤੇ ਉਹਨਾਂ ਕੋਲ ਜਵਾਬ ਇਹ ਕਾਜੀ ਨੂੰ ਦਿੱਤਾ ਸੀ, ਕਾਜੀ ਸਾਹਿਬ ਤੁਸੀਂ ਆਖਦੇ ਹੋ ਸੁੱਖ ਸਹੂਲਤਾਂ ਇਹ ਸਭ ਨਾਸ਼ ਨੇ, ਇਹ ਸਭ ਅਸੀਂ ਗੁਰੂ ਤੋਂ ਅਰਪਣ ਕਰਦੇ ਹਾਂ, ਵਾਰਦੇ ਹਾਂ। ਕਹਿੰਦਾ ਫਿਰ ਤੁਹਾਨੂੰ ਮੌਤ ਮਿਲੇਗੀ, ਕਿਹਦੇ ਨਾਲ? ਆਰੇ ਨਾਲ ਤੁਫਾੜ ਕੀਤਾ ਜਾਵੇਗਾ। ਕਹਿੰਦੇ ਇਹਨਾਂ ਸੁੱਖਾਂ ਸਹੂਲਤਾਂ ਦਾ ਆਨੰਦ ਤੇ ਵੇਖ ਲਿਆ,
ਤੇ ਹੁਣ ਆਰੇ ਦਾ ਵੀ ਸੁੱਖ ਮਾਣ ਕੇ ਵੇਖ ਲਈਏ ਵੀ ਆਰੇ ਦਾ ਸੁੱਖ ਕਿੰਨਾ ਕੁ ਹੈ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਜੇਕਰ ਗੁਰੂ ਦਾ ਮੁਖ ਸਾਡੇ ਵੱਲ ਹੈ, ਹਜ਼ਾਰਾਂ ਆਰੇ ਵੀ ਤਨ ਦੇ ਉੱਤੇ ਚੱਲ ਰਹੇ ਹੋਣ ਤੇ ਉਹਦਾ ਦਰਦ ਨਹੀਂ ਹੈ। ਤੇ ਜੇਕਰ ਗੁਰੂ ਮੁਖ ਮੋੜ ਲਵੇ ਤੇ ਭਾਈ ਮਤੀ ਦਾਸ ਜੀ ਆਖਦੇ ਵੀ ਮੇਰੇ ਉੱਤੇ ਇੱਕ ਆਰਾ ਵੀ ਚੱਲੇ ਉਹ ਵੀ ਮੇਰੇ ਲਈ ਦੁੱਖ ਹੈ, ਉਹ ਵੀ ਦੁੱਖ ਦੇ ਰਿਹਾ ਹੈ। ਆਰੇ ਨੂੰ ਪ੍ਰਵਾਨ ਕਰ ਲਿਆ ਕਿ ਉਹ ਸੱਚ ਦੇ ਨਾਲ ਪਿਆਰ ਸੀ ਨਾ, ਸੱਚ ਦੇ ਨਾਲ ਅਬਨਾਸ਼ੀ ਦੇ ਨਾਲ ਪਿਆਰ ਪਾ ਲਿਆ ਸੀ। ਤੇ ਇਹੀ ਗੱਲ ਆ ਕਿ ਅਬਨਾਸ਼ੀ ਪ੍ਰਭ ਮਨ ਮੈਂ ਰਾਖ, ਵੀ ਅਬਨਾਸ਼ੀ ਜਿਹੜਾ ਮਾਲਕ ਪਰਮਾਤਮਾ ਹੈ ਉਸ ਨੂੰ ਮਨ ਦੇ ਵਿੱਚ ਟਿਕਾ, ਉਹਨੂੰ ਆਪਣੇ ਅੰਦਰ ਪ੍ਰੀਤ ਪਾ, ਮਨ ਕੀ ਤੂੰ ਪ੍ਰੀਤ ਤਿਆਗ। ਤੇ ਇਹਨਾਂ ਮਨੁੱਖਾਂ ਦੀ ਜਿਹੜੀ ਪ੍ਰੀਤ ਹੈ ਇਸ ਨੂੰ ਤੂੰ ਤਿਆਗ ਦੇ। ਤਿਸਤੇ ਪਰੈ ਨਹੀਂ ਕਿਛ ਕੋਈ, ਸਰਬ ਨਿਰੰਤਰ ਏਕੋ ਸੋਈ। ਜਿਸ ਤੋਂ ਬਾਹਰ, ਪਰੈ ਦਾ ਅਰਥ ਬਾਹਰ, ਕੋਈ ਵੀ ਨਹੀਂ ਹੈ। ਤਿਸਤੇ ਪਰੈ ਨਾਹੀ ਕਿਛ ਕੋਈ, ਕੁਝ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ। ਸਰਬ ਨਿਰੰਤਰ ਏਕੋ ਸੋਈ, ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਨਿਰੰਤਰ ਵਿਆਪਕ ਹੈ, ਵਿਆਪ ਰਿਹਾ ਹੈ। ਆਪੇ ਬੀਨਾ ਆਪੇ ਦਾਨਾ, ਆਪੇ ਹੀ ਮਾਲਕ ਪਰਮਾਤਮਾ ਵੇਖਣ ਵਾਲਾ ਹੈ। ਤੇ ਬੀਨਾ ਦਾ ਅਰਥ ਵੇਖਣ ਵਾਲਾ, ਤੇ ਦਾਨਾ ਦਾ ਅਰਥ ਹੁੰਦਾ ਸਿਆਣਾ। ਤੇ ਉਹ ਮਾਲਕ ਆਪ ਹੀ ਸਮਝਣ ਵਾਲਾ ਸਿਆਣਾ ਹੈ ਤੇ ਆਪ ਹੀ ਵੇਖਣ ਵਾਲਾ। ਗਹਿਰ ਗੰਭੀਰ ਗਹੀਰ ਸੁਜਾਨਾ, ਹੀ ਗਹਿਰ ਪਰਮਾਤਮਾ ਜੀ, ਹੀ ਡੂੰਘੇ ਜਿਗਰੇ ਵਾਲੇ ਗੰਭੀਰ ਮਾਲਕ ਪਰਮਾਤਮਾ ਤੂੰ ਹੀ ਸਿਆਣਾ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਹੀ ਪਾਰ ਬ੍ਰਹਮ ਮਾਲਕ ਪਰਮਾਤਮਾ ਪਰਮੇਸ਼ਰ ਜੀ, ਹੀ ਧਰਤੀ ਦੇ ਪਾਲਕ ਗੋਬਿੰਦ, ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ, ਬਖਸ਼ਿਸ਼ਾਂ ਕਰਨ ਵਾਲੇ ਬਖਸ਼ੰਦ ਪਰਮਾਤਮਾ। ਸਾਧ ਤੇਰੀ ਕੀ ਚਰਣੀ ਪਾਓ, ਨਾਨਕ ਕੈ ਮਨ ਇਹ ਅਨੁਰਾਓ। ਮੈਂ ਤੇਰੇ ਸਾਧ ਜਨਾਂ ਦੇ ਚਰਨਾਂ ਦੇ ਵਿੱਚ ਪਿਆ ਰਵਾਂ, ਭਾਵ ਤੇਰੇ ਸਾਧੂ ਜਨਾਂ ਦੇ ਨਾਲ ਜੁੜਿਆ ਰਵਾਂ, ਤੇਰੀ ਸੰਗਤ ਦੇ ਵਿੱਚ ਜੁੜਿਆ ਰਵਾਂ। ਨਾਨਕ ਕੈ ਮਨ ਇਹ ਅਨੁਰਾਓ, ਅਨੁਰਾਓ ਦਾ ਅਰਥ ਹੁੰਦਾ ਚਾਹ, ਤਾਂਘ ਕਿਸੇ ਦੇ ਮਨ 'ਚ। ਮੇਰੇ ਮਨ 'ਚ ਚਾਹ ਹੈ, ਮੇਰੇ ਮਨ 'ਚ ਤਾਂਘ ਹੈ। ਤੇ ਇਹ ਤਾਂਘ ਹਰੇਕ ਕਿਸੇ ਦੇ ਮਨ 'ਚ ਵੀ ਪੈਦਾ ਨਹੀਂ ਹੋ ਸਕਦੀ। ਜੇਕਰ ਪੈਦਾ ਹੋਈ ਹੈ ਚੰਗੀ ਗੱਲ ਹੈ, ਇੱਛਾ ਦੀ ਗੱਲ ਕਰਦੇ ਹਾਂ, ਤੇ ਇਹ ਇੱਕ ਚਾਹ ਕਿਸੇ ਦੇ ਮਨ 'ਚ ਪੈਦਾ ਹੋਵੇ ਬਹੁਤ ਚੰਗੀ ਗੱਲ ਹੈ। ਇੱਕ ਸ਼ਬਦ ਵੀ ਪੜ੍ਹਦੇ ਨਾ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹ ਮਨ ਦਾ ਚਾਓ ਹੈ, ਮੇਰੇ ਮਨ ਦਾ ਇਹ ਚਾਹ ਹੈ ਵੀ ਦਿਨ ਰਾਤ ਮਾਲਕ ਤੇਰੇ ਗੁਣਾਂ ਨੂੰ ਗਾਵਾਂ। ਤੂੰ ਵਿਸਰ ਨਾ ਜਾਈ ਮੇਰੇ ਤੋਂ, ਆਪਣਾ ਮੈਨੂੰ ਨਾਮ ਬਖਸ਼ ਦੇ, ਮੈਨੂੰ ਤੂੰ ਬਖਸ਼। ਉਹੀ ਗੱਲ ਵੀ ਜਿਹੜਾ ਮਾਲਕ ਪਰਮਾਤਮਾ ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹ ਅਨੁਰਾਓ। ਮੇਰੇ ਮਨ ਦੇ ਅੰਦਰ ਇਹ ਚਾਹ ਹੈ, ਇਹ ਤਾਂਘ ਹੈ। ਤਾਂਘ ਕੀ? ਸਾਧ ਤੇਰੇ ਕੀ ਚਰਨੀ ਪਾਓ, ਤੇਰੀ ਸਾਧ ਜਨਾਂ ਦੇ ਚਰਨਾਂ ਦੇ ਵਿੱਚ ਮੈਂ ਜੁੜਿਆ ਰਵਾਂ ਪਵਾਂ। ਮਨਸਾ ਪੂਰਨ ਸ਼ਰਣਾ ਜੋਗ, ਜੋ ਕਰ ਪਾਇਆ ਸੋਈ ਹੋਗ। ਮਨਸਾ ਦਾ ਅਰਥ ਹੁੰਦਾ ਹੈ ਆਸਾ ਤੇ ਇੱਛਾ। ਜੋ ਸਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਪੂਰਨ ਕਰਨ ਵਾਲਾ ਹੈ। ਸ਼ਰਨਾ ਜੋਗ, ਤੇ ਸਾਨੂੰ ਸ਼ਰਨ ਆਇਆਂ ਨੂੰ ਸ਼ਰਨ ਦੇਣ ਵਾਲਾ ਸਮਰੱਥ ਮਾਲਕ ਹੈ। ਜੋ ਕਰ ਪਾਇਆ ਸੋਈ ਹੋਗ। ਜੋ ਕੁਝ ਮੇਰੇ ਕਰਮਾਂ ਦੇ ਵਿੱਚ ਲਿਖਿਆ ਹੋਇਆ, ਪਾਇਆ ਹੋਇਆ, ਤੇ ਉਹੀ ਹੋਗ, ਉਹੀ ਮਾਲਕ ਪਰਮਾਤਮਾ ਹੋਣਾ ਹੈ ਜੋ ਤੂੰ ਮੇਰੇ ਕਰਮਾਂ ਦੇ ਵਿੱਚ ਲਿਖਿਆ ਹੈ। ਹਰਨ ਭਰਨ ਜਾ ਕਾ ਨੇਤਰ ਫੁਰ,
ਤਿਸ ਕਾ ਮੰਤਰ ਨ ਜਾਣੈ ਹੋਰ। ਹਰਨ ਦਾ ਅਰਥ ਨਾਸ਼ ਕਰਨ ਵਾਲਾ, ਭਰਨ ਦਾ ਅਰਥ ਪਾਲਣਾ ਕਰਨ ਵਾਲਾ। ਉਹ ਮਾਲਕ ਪਰਮਾਤਮਾ ਜਿਹਦੇ ਅੱਖ ਝਪਕਣ ਦੇ ਸਮੇਂ ਤੱਕ ਉਹ ਸੰਸਾਰ ਨੂੰ ਪੈਦਾ ਵੀ ਕਰ ਸਕਦਾ ਹੈ ਤੇ ਸੰਸਾਰ ਦਾ ਨਾਸ਼ ਵੀ ਕਰ ਸਕਦਾ ਹੈ। ਤਿਸ ਕਾ ਮੰਤਰ ਨਾ ਜਾਣੈ ਹੋਰ। ਇਹ ਮਾਲਕ ਪਰਮਾਤਮਾ ਤੇਰੀ ਇਹ ਜਿਹੜਾ ਗੁੱਝਾ ਭੇਦ ਹੈ, ਮੰਤਰ ਹੈ, ਇਹਨੂੰ ਕੋਈ ਹੋਰ ਨਹੀਂ ਜਾਣਦਾ, ਹੋਰ ਨਹੀਂ ਜਾਣ ਸਕਦਾ। ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਕਰ ਤਾਕੈ। ਤੇਰੇ ਕੋਲ, ਤੇਰੇ ਘਰ ਦੇ ਵਿੱਚ ਸਦਾ ਆਨੰਦ ਨੇ, ਸਦਾ ਹੀ ਖੁਸ਼ੀਆਂ ਨੇ। ਸਰਬ ਥੋਕ, ਕਿਉਂ? ਸਾਰੇ ਹੀ ਖਜ਼ਾਨੇ ਨੇ ਸੁਣੀਆਂ ਕਰ ਤਾਕੈ, ਤੇਰੇ ਘਰ ਦੇ ਵਿੱਚ ਸੁਣੀ ਦੇ ਨੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ। ਹਰੇਕ ਚੀਜ਼ ਉਹਦੇ ਘਰ ਦੇ ਵਿੱਚ ਹੈ, ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਤੇ ਜਿਹੜਾ ਉਸ ਘਰ ਦੇ ਨਾਲ ਜੁੜ ਜਾਂਦਾ, ਆਨੰਦ ਰੂਪ ਮੰਗਲ ਸਦ ਜਾ ਕੇ, ਉਹਦੇ ਘਰ ਦੇ ਵਿੱਚ ਆਨੰਦ ਹੈ, ਉਹਦੇ ਘਰ ਦੇ ਵਿੱਚ ਖੁਸ਼ੀਆਂ ਨੇ ਸਦਾ ਲਈ। ਉਹ ਵੀ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਰਾਜ ਦੇ ਵਿੱਚ ਮਾਲਕ ਪਰਮਾਤਮਾ ਤੂੰ ਰਾਜ ਕਰਨ ਵਾਲਾ ਹੈ। ਜੋਗ ਮੈਂ ਜੋਗੀ, ਤੇ ਜੋਗੀਆਂ ਦੇ ਵਿੱਚ ਤੂੰ ਜੋਗੀ ਹੈ। ਤਪ ਮੈਂ ਤਪੀਸਰ, ਤਪ ਕਰਨ ਵਾਲਿਆਂ ਦੇ ਵਿੱਚ ਤੂੰ ਵੱਡਾ ਤਪੀਸਰ ਹੈ। ਤੇ ਗ੍ਰਸਤ ਮੈਂ ਭੋਗੀ, ਤੇ ਗ੍ਰਸਤੀਆਂ ਦੇ ਵਿੱਚੋਂ ਤੂੰ ਸਭ ਤੋਂ ਵੱਡਾ ਗ੍ਰਸਤੀ ਹੈ। ਭਾਵ ਕੋਈ ਰਾਜ ਕਰਨ ਵਾਲਾ, ਜਪ ਕਰਨ ਵਾਲਾ, ਤਪ ਕਰਨ ਵਾਲਾ ਕੋਈ ਗ੍ਰਸਤੀ ਹੈ। ਸਭ ਦੇ ਅੰਦਰ ਮਾਲਕ ਪਰਮਾਤਮਾ ਤੂੰ ਸਰਬ ਕਲਾ ਸੰਪੂਰਨ ਹੈ, ਪੂਰਾ ਹੈ। ਧਿਆਈ ਧਿਆਈ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਧਿਆ ਧਿਆ ਕੇ ਭਗਤਾਂ, ਇਹ ਭਗਤੈ ਨਹੀਂ ਭਗਤਾਂ, ਬਹੁਵਚਨ ਭਗਤਾਂ ਨੇ। ਧਿਆਈ ਧਿਆਏ, ਤੈਨੂੰ ਧਿਆ ਧਿਆ ਕੇ ਭਗਤਾਂ ਨੇ ਸੁਖ ਪਾਇਆ, ਆਪਣੀ ਜ਼ਿੰਦਗੀ ਦੇ ਵਿੱਚ ਸੁਖ ਪਾ ਲਿਆ। ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਤੇ ਉਸ ਪੁਰਖ ਦਾ ਫਿਰ ਕਿਸੇ ਨੇ ਅੰਤ ਨਹੀਂ ਜਾਣਿਆ ਵੀ ਕਿੰਨਾ ਕੁ ਉਹਨੇ ਆਨੰਦ ਪਾ ਲਿਆ, ਕਿੰਨਾ ਕੁ ਸੁਖ ਪਾ ਲਿਆ ਉਸ ਸੇਵਕ ਨੇ, ਭਗਤ ਨੇ। ਜਾ ਕੀ ਲੀਲਾ ਕੀਮਤ ਨਹੀਂ, ਸਗਲ ਦੇਵ ਹਾਰੇ ਅਵਗਾਹੀ। ਉਸ ਮਾਲਕ ਪਰਮਾਤਮਾ ਦੀ ਖੇਡ ਦੀ ਕੋਈ ਮਿਣਤੀ ਨਹੀਂ ਹੈ, ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਸਗਲ ਦੇਵ ਹਾਰੇ ਅਵਗਾਹੀ, ਅਵਗਾਹੀ ਦਾ ਅਰਥ ਹੁੰਦਾ ਖੋਜ ਖੋਜ ਕੇ। ਅਸੀਂ ਕਿਸੇ ਚੀਜ਼ ਦੀ ਖੋਜ ਕਰਦੇ ਰਹੀਏ, ਕੋਈ ਚੀਜ਼ ਸਾਡੀ ਗਵਾਚੇ, ਅਸੀਂ ਆਖੀਏ ਵੀ ਇਹਦੀ ਖੋਜ ਕਰੀਏ ਵੀ ਇਹ ਕਿੱਥੋਂ ਤੱਕ। ਹੁਣ ਸਮੁੰਦਰ ਦੀ ਖੋਜ ਕਰਨ ਵਾਲਾ, ਸਮੁੰਦਰ ਕਿੰਨੀ ਕੁ ਗਹਿਰਾਈ ਤੱਕ ਹੈ। ਇਹ ਮਾਲਕ ਪਰਮਾਤਮਾ ਤੇਰੀ ਖੋਜ ਕਰਨ ਦੇ ਵਿੱਚ ਇਹ ਦੇਵਤੇ ਨੇ ਜਿਹੜੇ, ਇਹ ਖੋਜ ਖੋਜ ਕੇ ਥੱਕ ਚੁੱਕੇ ਨੇ, ਪਰ ਤੇਰਾ ਅੰਤ ਨਹੀਂ ਪਾ ਸਕੇ, ਤੇਰੀ ਕੀਮਤ ਨਹੀਂ ਦੱਸ ਸਕੇ। ਤੂੰ ਕਿੱਡਾ ਕੁ ਵੱਡਾ ਹੈ, ਤੂੰ ਦੱਸਿਆ ਤੇ ਤਾਂ ਜਾ ਸਕਦਾ ਵੀ ਉਹਦੇ ਵਰਗਾ ਕੋਈ ਹੋਰ ਹੋਵੇ। ਤੇ ਜਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ, ਫਿਰ ਉਹ ਬਿਆਨ ਨਹੀਂ ਕਰਦਾ। ਜਿਵੇਂ ਜਿਵੇਂ ਅਸੀਂ ਪਾਣੀ ਦੇ ਵਿੱਚ ਜਾਈ ਜਾਵਾਂਗੇ, ਮੰਨ ਲਓ ਵੀ ਕੋਈ ਨਹਿਰ ਦੇ ਵਿੱਚ ਜਾਂ ਤਲਾਬ ਦੇ ਵਿੱਚ ਜਾ ਰਹੇ ਹਾਂ, ਇੱਕ ਪੌੜੀ ਤੋਂ ਉਤਰੇ ਸਾਡਾ ਪੈਰਾਂ ਤੱਕ ਪਾਣੀ ਹੈ। ਕਿਸੇ ਪੁੱਛਿਆ ਪਾਣੀ ਕਿੱਥੋਂ ਤੱਕ ਹੈ? ਪੈਰਾਂ ਤੱਕ ਹੈ। ਥੋੜ੍ਹੀ ਜਿਹੀ ਅੱਗੇ ਗਏ, ਗੋਡਿਆਂ ਤੱਕ ਹੈ, ਗਲ ਤੱਕ ਆ ਗਿਆ। ਹੁਣ ਜਦੋਂ ਉਹਦੇ ਵਿੱਚ ਸਮਾ ਗਿਆ, ਗਲ ਤੋਂ ਵੀ ਤਾਂ ਉੱਤੋਂ ਤੱਕ ਤੁਰ ਗਿਆ। ਕਿਸੇ ਪੁੱਛਿਆ ਕਿੱਥੋਂ ਤੱਕ? ਉਹ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਇਸੇ ਪ੍ਰਕਾਰ ਜਿਹੜੇ ਉਸ ਮਾਲਕ ਪਰਮਾਤਮਾ ਦਾ ਭੇਦ ਪਾ ਲੈਂਦੇ ਨੇ, ਉਹ ਫਿਰ ਬਿਆਨ ਨਹੀਂ ਕਰਦੇ। ਤੇ ਸਗਲ ਦੇਵ, ਸਾਰੇ ਹੀ ਦੇਵਤੇ ਵੀ
ਮਾਲਕ ਪਰਮਾਤਮਾ ਵੀ ਹਾਰੇ ਅਵਗਾਹੇ, ਤੈਨੂੰ ਖੋਜ ਖੋਜ ਕੇ ਹਾਰ ਗਏ ਨੇ, ਪਰ ਤੇਰਾ ਅੰਤ ਨਹੀਂ ਦੱਸ ਸਕੇ, ਉਸ ਨੂੰ ਬਿਆਨ ਨਹੀਂ ਕਰ ਸਕੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੈ ਸੂਤ। ਹੁਣ ਭਲਾ ਪਿਤਾ ਦੇ ਜਨਮ ਦੇ ਬਾਰੇ ਪੁੱਤ ਕੀ ਦੱਸ ਸਕਦਾ ਹੈ? ਪਿਤਾ ਪੁੱਤਰ ਦੇ ਜਨਮ ਦੇ ਬਾਰੇ ਦੱਸ ਸਕਦਾ ਹੈ? ਹੁਣ ਪੁੱਤਰ ਪਿਤਾ ਦੇ ਜਨਮ ਦੇ ਬਾਰੇ ਕੀ ਬਿਆਨ ਕਰੇ? ਸਗਲ ਪਰੋਈ ਆਪਣਾ ਸੂਤ। ਸਾਰੀ ਜਿਹੜੀ ਸ੍ਰਿਸ਼ਟੀ ਹੈ ਉਸ ਮਾਲਕ ਨੇ ਆਪਣੀ ਮਰਿਆਦਾ ਦੇ ਵਿੱਚ ਪਰੋ ਕੇ ਰੱਖੀ ਹੋਈ ਹੈ। ਧਾਗੇ ਦੇ ਵਿੱਚ ਮੋਤੀਆਂ ਨੂੰ ਪਰੋ ਲੈਣਾ, ਤੇ ਇਸੇ ਪ੍ਰਕਾਰ ਇਹ ਸਾਰੀ ਸ੍ਰਿਸ਼ਟੀ ਉਸ ਮਾਲਕ ਪਰਮਾਤਮਾ ਦੀ ਮਰਿਆਦਾ ਦੇ ਵਿੱਚ, ਹੁਕਮ ਦੇ ਵਿੱਚ ਚੱਲ ਰਹੀ ਹੈ, ਉਸ ਨੇ ਪਰੋ ਕੇ ਰੱਖੀ ਹੋਈ ਹੈ। ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੀ। ਸੁਮਤ ਦਾ ਅਰਥ ਸ੍ਰਿਸ਼ਟ ਮਤ, ਚੰਗੀ ਮਤ। ਇੱਕ ਕੁਮਤ ਹੁੰਦੀ ਹੈ, ਇੱਕ ਸੁਮਤ ਹੁੰਦੀ ਹੈ। ਮਤ ਦੇ ਦੋ ਪਾਰਟ ਨੇ, ਕੁਮਤ ਭੈੜੀ ਮਤ, ਸੁਮਤ ਚੰਗੀ ਮਤ। ਕਹਿੰਦੇ ਜਿਸ ਨੂੰ ਤੂੰ ਸੁਮਤ ਦਿੱਤੀ, ਗਿਆਨ ਦਿੱਤਾ, ਧਿਆਨ ਟਿਕਾਣ ਦਾ ਜ਼ਰੀਆ ਦੱਸ ਦਿੱਤਾ, ਜਨ ਦਾਸ ਨਾਮ ਧਿਆਵੈ ਸੀ। ਉਹੀ ਤੇਰੇ ਦਾਸ, ਉਹੀ ਜਿਹੜੇ ਸੇਵਕ ਨੇ, ਉਹ ਤੇਰੇ ਨਾਮ ਨੂੰ ਧਿਆਉਂਦੇ ਨੇ, ਤੇਰਾ ਨਾਮ ਸਿਮਰਦੇ ਨੇ। ਤਹਿ ਗੁਣ ਮੈਂ ਜਾ ਕੋ ਪਰਮਾਈ, ਜਨਮ ਮਰੈ ਫਿਰ ਆਵਹਿ ਜਾਏ। ਤੇ ਦੂਜੇ ਪਾਸੇ ਜਿਹੜੇ ਮਾਇਆ ਦੇ ਮੋਹ ਦੇ ਵਿੱਚ, ਤਿੰਨ ਗੁਣਾਂ ਦੇ ਵਿੱਚ ਫਸੇ ਹੋਏ ਨੇ, ਉਹਦੇ ਵਿੱਚ ਭਰਮਦੇ ਪਏ ਨੇ, ਜਨਮ ਮਰੈ ਫਿਰ ਆਵੈ ਜਾਏ। ਉਹ ਫਿਰ ਜਨਮਾਂ ਮਰਨਾਂ ਦੇ ਗੇੜ ਦੇ ਵਿੱਚ ਪਏ ਰਹਿੰਦੇ ਨੇ, ਜੰਮਦੇ ਨੇ, ਮਰਦੇ ਨੇ, ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਫੁੱਲ ਸਟੋਪ ਦਿੱਤਾ ਹੋਇਆ। ਊਚ ਦਾ ਵੈਸੇ ਅਰਥ ਹੁੰਦਾ ਉੱਚਾ, ਜਿਨ੍ਹਾਂ ਉੱਤੇ ਆ ਕਰਮ ਕੀਤੇ ਨੇ, ਜਿਹਨੂੰ ਸਮਤ ਦਿੱਤੀ ਹੈ, ਗਿਆਨ ਬਖਸ਼ਿਆ, ਧਿਆਨ ਦਿੱਤਾ ਹੈ, ਉਹ ਉੱਚੇ। ਤੇ ਦੂਜੇ ਪਾਸੇ ਜਿਹੜੇ ਤਿੰਨ ਗੁਣਾਂ ਦੇ ਵਿੱਚ ਸਮਾਏ ਹੋਏ ਨੇ, ਮਾਇਆ ਦੇ ਮੋਹ ਦੇ ਵਿੱਚ ਭਰਮੇ ਪਏ ਨੇ, ਉਹ ਨੀਚ ਨੇ। ਤੇ ਇੱਧਰ ਉਹਨਾਂ ਦਿੱਤਾ ਵੀ ਹੋਇਆ ਫੁੱਲ ਸਟੋਪ ਤੇ, ਉੱਚੇ ਤੇ ਨੀਵੇਂ ਅਸਥਾਨ ਉਸੇ ਵਾਹਿਗੁਰੂ ਦੇ ਹਨ। ਦੋਵਾਂ ਦੇ ਅੰਦਰ ਮਾਲਕ ਪਰਮਾਤਮਾ ਵਸ ਰਿਹਾ। ਉੱਤੇ ਜੋ ਦੋ ਤਰ੍ਹਾਂ ਦੇ ਦ੍ਰਿਸ਼ਟੀਕੋਣ ਦੱਸੇ ਹਨ, ਇੱਕ ਉੱਚਾ ਸੁਮਤ ਗਿਆਨ ਧਿਆਨ ਵਾਲਾ, ਜਿੱਥੇ ਖੜੋ ਕੇ ਮਨੁੱਖ ਵਾਹਿਗੁਰੂ ਦਾ ਖੇਲ ਪਸਾਰਾ ਵੇਖਦਾ ਹੈ ਤੇ ਨਾਮ ਵਿੱਚ ਲੱਗ ਜਾਂਦਾ ਹੈ। ਤੇ ਦੂਜਾ ਨੀਵਾਂ ਮਾਦਾ ਪ੍ਰਸਤ ਵਾਲਾ, ਜਿੱਥੋਂ ਸਾਰੀ ਸ੍ਰਿਸ਼ਟੀ ਕੇਵਲ ਤੱਤਾਂ ਦਾ ਮੇਲ ਦਿਸਦੀ ਹੈ, ਜਿਸ ਵਿੱਚ ਤ੍ਰੈ ਗੁਣ ਕੰਮ ਕਰ ਰਹੇ ਹਨ। ਇਹ ਦੋਵੇਂ ਬਿਰਤੀਆਂ ਰੱਬ ਵੱਲੋਂ ਮਿਲਦੀਆਂ ਹਨ, ਤੇ ਮਨੁੱਖ ਨੂੰ ਜਿਸ ਤਰ੍ਹਾਂ ਦੀ ਨਜ਼ਰ ਮਿਲਦੀ ਹੈ ਉਹੋ ਜਿਹਾ ਵੇਖਦਾ ਹੈ। ਜਿਹੋ ਜਿਹੀ ਮਾਲਕ ਨੇ ਮਿਹਰ ਕੀਤੀ ਉਹੋ ਜਿਹਾ ਉਹ ਵੇਖ ਰਿਹਾ। ਉਦੋਂ ਵੀ ਗੱਲ ਕੀਤੀ, ਜਿਹੋ ਜਿਹੀ ਮਤ ਬਖਸ਼ੀ ਉਹਦੇ ਅਨੁਸਾਰ ਹੀ ਉਹਦੇ ਵਰਗਾ ਜੀਵ ਹੈ। ਚੋਰੀ ਦੀ ਮਤ ਬਖਸ਼ੀ ਹੈ, ਉਹ ਚੋਰੀ ਕਰ ਸਕਦਾ ਹੈ। ਨਾਮ ਜਪਣ ਵਾਲੇ ਨੂੰ ਨਾਮ ਦੀ ਮਤ ਹੈ। ਭਾਵ ਜਿਹੋ ਜਿਹੀ ਮਾਲਕ ਨੇ ਮਤ ਬਖਸ਼ੀ ਹੈ, ਉੱਚੇ ਤੇ ਨੀਵੇਂ ਦੋਵੇਂ ਹੀ, ਦੋਵਾਂ ਦੇ ਅੰਦਰ ਮਾਲਕ ਵਸ ਰਿਹਾ। ਤੇ ਜਿਨ੍ਹਾਂ ਨੂੰ ਇਸ ਮਤ ਦੇ ਦਿੰਦਾ, ਗਿਆਨ ਦੇ ਦਿੰਦਾ, ਉਹ ਫਿਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗ ਜਾਂਦੇ ਨੇ। ਤੇ ਦੂਜੇ ਇਸ ਸੰਸਾਰ ਦੇ ਅੰਦਰ ਫਿਰ ਭਟਕਦੇ ਰਹਿੰਦੇ, ਭਰਮਾਂ ਦੇ ਵਿੱਚ ਪਈ ਰਹਿੰਦੇ ਨੇ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੀਖ ਕਰੈ ਇੱਕ ਰੰਗ। ਨਾਨਾ ਦਾ ਅਰਥ ਹੁੰਦਾ ਕਈ ਤਰ੍ਹਾਂ ਦੇ, ਕਈ ਪ੍ਰਕਾਰ ਦੇ। ਨਾਨਾ ਰੂਪ, ਅਨੇਕਾਂ ਪ੍ਰਕਾਰ ਦੇ ਰੂਪ, ਅਨੇਕਾਂ ਪ੍ਰਕਾਰ ਦੇ ਉਸ ਮਾਲਕ ਪਰਮਾਤਮਾ ਦੇ ਰੰਗ ਨੇ। ਨਾਨਾ ਭੇਖ ਕਰੈ, ਅਨੇਕਾਂ ਭੇਖ ਕਰਦਾ ਪਿਆ, ਅਨੇਕਾਂ ਭੇਖਾਂ ਦੇ ਵਿੱਚ, ਅਨੇਕਾਂ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ। ਨਾਨਾ ਭੇਖ ਕਰੈ ਇੱਕ ਰੰਗ, ਪਰ ਫਿਰ ਵੀ ਇੱਕ ਹੈ। ਮਾਲਕ ਪਰਮਾਤਮਾ ਇੱਕ ਰੰਗ ਹੈ। ਨਾਨਾ ਬਿਦ ਕੀਨੋ ਵਿਸਤਾਰ,
ਪ੍ਰਭ ਅਬਿਨਾਸ਼ੀ ਏਕ ਹੰਕਾਰ। ਅਨੇਕਾਂ ਵਿਧੀਆਂ ਦੇ ਨਾਲ ਇਸ ਜਗਤ ਦਾ ਵਿਸਥਾਰ ਕੀਤਾ ਹੈ, ਪਸਾਰਾ ਕੀਤਾ ਹੈ, ਜੀਵ ਬਣਾਏ ਨੇ। ਪ੍ਰਭ ਅਬਿਨਾਸ਼ੀ ਏਕ ਓੰਕਾਰ। ਪਰ ਉਹ ਮਾਲਕ ਪਰਮਾਤਮਾ ਜੋ ਅਬਿਨਾਸ਼ੀ ਹੈ, ਏਕ ਓੰਕਾਰ ਹੈ, ਜਿਹੜਾ ਨਾਸ਼ੋ ਆਪ ਰਹਿਤ ਹੈ। ਨਾਨਾ ਚਲਤ ਕਰੇ ਖਿਨ ਮਾਹੀ, ਪੂਰ ਰਹਿਓ ਪੂਰਨ ਸਭ ਠਾਈ। ਹੁਣ ਅਨੇਕਾਂ ਚਲਤ ਦਾ ਅਰਥ ਹੁੰਦਾ ਤਮਾਸ਼ੀ, ਖੇਡਾਂ ਕਰਨੀਆਂ। ਅਨੇਕਾਂ ਖੇਡਾਂ ਖੇਡ ਰਿਹਾ, ਖਿਨ ਦੇ ਵਿੱਚ ਹੀ ਉਹ ਖੇਡ ਸਕਦਾ ਹੈ, ਅੱਖ ਝਪਕਣ ਦੇ ਸਮੇਂ ਜਿੰਨਾ ਉਹ ਖੇਡਾਂ ਖੇਡ ਸਕਦਾ ਹੈ। ਵੀ ਪੂਰ ਰਿਹੋ ਪੂਰਨ ਸਭ ਠਾਈ, ਤੇ ਉਹ ਸਾਰੀਆਂ ਥਾਵਾਂ ਦੇ ਉੱਤੇ, ਹਰੇਕ ਘਟ ਦੇ ਵਿੱਚ, ਹਰੇਕ ਜਗ੍ਹਾ ਦੇ ਉੱਤੇ ਉਹ ਪੂਰਨ ਮਾਲਕ ਪਰਮਾਤਮਾ ਸਮਾਇਆ ਹੋਇਆ, ਸਭ ਦੇ ਵਿੱਚ ਉਹ ਮੌਜੂਦ ਹੈ, ਸਭ ਉਹਦੀਆਂ ਥਾਵਾਂ ਨੇ। ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ। ਅਨੇਕਾਂ ਵਿਧੀਆਂ ਦੇ ਨਾਲ ਇਹ ਸੰਸਾਰ ਦੀ ਬਣਤਰ ਬਣਾਈ ਹੈ, ਕੁਦਰਤ ਨੂੰ ਤਿਆਰ ਕੀਤਾ ਹੈ, ਆਪਣੀ ਕੀਮਤ ਆਪੇ ਪਾਈ। ਤੇ ਆਪਣੀ ਕੀਮਤ ਉਹ ਆਪ ਹੀ ਜਾਣਦਾ ਹੈ, ਆਪਣੀ ਵਡਿਆਈ ਨੂੰ, ਆਪਣਾ ਅਮੋਲਕ ਨੂੰ, ਆਪਣੀ ਬਜ਼ੁਰਗੀ ਨੂੰ ਉਹ ਮਾਲਕ ਪਰਮਾਤਮਾ ਆਪ ਹੀ ਜਾਣਦਾ ਹੈ, ਆਪੇ ਹੀ ਪਾਇਆ ਹੈ। ਸਭ ਘਟ ਤਿਸ ਕੇ ਸਭ ਤਿਸ ਕੇ ਠਾਉ, ਜਪ ਜਪ ਜੀਵੈ ਨਾਨਕ ਹਰਿ ਨਾਉ। ਸਾਰੇ ਸਰੀਰ ਤੇ ਸਭ ਥਾਵਾਂ ਉਸ ਮਾਲਕ ਦੀਆਂ ਨੇ। ਸਭ ਘਟ ਤਿਸ ਕੇ, ਸਾਰੇ ਸਰੀਰ ਉਹਦੇ ਨੇ। ਸਭ ਤਿਸ ਕੇ ਠਾਉ, ਤੇ ਸਾਰੀਆਂ ਥਾਵਾਂ ਉਸ ਦੀਆਂ ਨੇ। ਜਪ ਜਪ ਜੀਵੈ ਨਾਨਕ ਹਰਿ ਨਾਉ, ਤੇ ਉਸ ਮਾਲਕ ਪਰਮਾਤਮਾ ਨੂੰ ਜੀ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਇਹ ਨਾਨਕ ਇਹ ਜਿਉਂਦਾ ਹੈ, ਇਹ ਜਿਉ ਰਿਹਾ ਹੈ, ਆਪਣੇ ਜੀਵਨ ਨੂੰ ਬਤੀਤ ਕਰ ਰਿਹਾ, ਸਫਲਾ ਕਰ ਰਿਹਾ। ਇੱਥੋਂ ਤੱਕ ਚਾਰ ਜੋ ਆਪਣੇ ਬੰਦ ਹੋ ਚੁੱਕੇ ਨੇ। ਅਗਲੀ ਜਿਹੜੀ ਵਿਚਾਰ ਹੈ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ, ਫਤਿਹ ਆਖੋ ਜੀ। ਵਾਹਿਗੁਰੂ।